ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ BBP ਪ੍ਰਾਈਮ TV ਤੇ ਮੈਂ ਅਰਜਿੰਦਰ ਭੱਟ ਆਸਾ ਜੀ ਪਹੁੰਚਿਆ ਦੀਵਾਨ ਟੋਡਰਮਲ ਦੀ ਜਹਾਜੀ ਹਵੇਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ। ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਹਵੇਲੀ ਆ ਜੋ ਕਿ ਖੰਡਰ ਬਣਦੀ ਜਾ ਰਹੀ ਹੈ, ਜਿਸ ਨੂੰ ਸਾਂਭਣ ਦੀ ਜਿੱਥੇ ਕਿ ਲੋੜ ਆ, ਪਰੰਤੂ ਹਵੇਲੀ ਨੂੰ ਜੋ ਕਿ ਪੁਰਾਤਨ ਜਿਹੜੀਆਂ ਕਿ ਆਪਣੀਆਂ ਯਾਦਗਾਰਾਂ ਨੇ, ਇਤਿਹਾਸ ਨਾਲ ਜੋੜਦੀਆਂ ਨੇ, ਇਸ ਨੂੰ ਸਾਂਭਣ ਲਈ ਜਿੱਥੇ ਕਿ ਸਰਕਾਰਾਂ ਵੱਲੋਂ ਵੀ ਉਪਰਾਲੇ ਨਹੀਂ ਕੀਤੇ ਜਾ ਰਹੇ, ਉੱਥੇ ਹੀ ਇਹ ਹਵੇਲੀ ਜੋ ਕਿ ਇਤਿਹਾਸਕ ਦੀਵਾਨ ਟੋਡਰਮਲ ਦੀ ਹਵੇਲੀ ਦੀਵਾਨ ਟੋਡਰਮਲ ਉਹ ਦੀਵਾਨ ਸਨ ਜਿਨ੍ਹਾਂ ਵੱਲੋਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਸੰਸਕਾਰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਜਿੱਥੇ ਕਿ ਸਥਿਤ ਅੱਜ ਉੱਥੇ ਉਹਨਾਂ ਦੇ ਸੰਸਕਾਰ ਸਥਾਨ ਸੀ। ਉੱਥੇ ਦੀਵਾਨ ਟੋਡਰਮਲ ਜੀ ਨੇ ਆਪਣੀਆਂ ਜਿਹੜੀਆਂ ਕਿ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਕੀਤਾ ਗਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਇਤਿਹਾਸ ਨਾਲ ਉਹ ਸੰਜੋਈ ਹੋਈ ਧਰਤੀ ਹੈ, ਜਿੱਥੇ ਕਿ ਵੱਖ-ਵੱਖ ਧਰਮਾਂ ਦੇ ਸਥਾਨ ਮੌਜੂਦ ਹਨ ਅਤੇ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਹਵੇਲੀ ਦੇ ਦਰਸ਼ਨ ਕਰਨ ਵੀ ਸੰਗਤ ਪਹੁੰਚਦੀ ਹੈ ਅਤੇ ਇਹ ਜਹਾਜੀ ਹਵੇਲੀ ਜਿਹੜੀ ਬਣੀ ਹੋਈ ਹੈ ਇੱਥੇ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਕਿ ਇਸ ਦੀ ਸਾਂਭ ਸੰਭਾਲ ਲਈ ਵੀ ਜਿੱਥੇ ਕਿ ਉਪਰਾਲੇ ਕੀਤੇ ਜਾਂਦੇ ਨੇ, ਪਰੰਤੂ ਲੋਕਾਂ ਦਾ ਕਹਿਣਾ ਕਿ ਇਸ ਹਵੇਲੀ ਨੂੰ ਸਾਂਭ ਸੰਭਾਲ ਕੀਤਾ ਜਾਵੇ ਅਤੇ ਪੁਰਾਣੀ ਦਿੱਖ ਦੇ ਵਿੱਚ ਤਬਦੀਲ ਕੀਤਾ ਜਾਵੇ। ਇੱਥੇ ਆਏ ਨੇ ਸ਼ਰਧਾਲੂ ਦਰਸ਼ਨ ਕਰਨ ਲਈ ਪਹੁੰਚਣ, ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਬਣਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕਿੱਥੋਂ ਹੈ ਭਾਜੀ? ਦੇਖੋ ਜੀ, ਆਪਾਂ ਤੇ ਆਏ ਅੰਮ੍ਰਿਤਸਰੋਂ ਆਏ ਆ ਤੇ ਅੰਦਰੋਂ ਬਾਬਾ ਜੀ ਕਹਿੰਦੇ ਪਏ ਆ ਕਿ ਸ਼੍ਰੋਮਣੀ ਕਮੇਟੀ ਨੇ ਇੱਥੇ 1 ਲੱਖ ਤੇ 1 ਕਰੋੜ ਤੇ 7 ਲੱਖ ਰੁਪਈਆ ਲਾਤਾ, ਸਾਨੂੰ ਤੇ ਨਜ਼ਰ ਨਹੀਂ ਆਇਆ ਇੱਥੇ ਜੀ। ਤੇ ਅਸੀਂ ਤੇ ਇਹੀ ਕਵਾਂਗੇ ਵੀ ਕੀ ਨਾਲ ਦਾ ਇਹਦੀ ਸੰਭਾਲ ਕਰੋ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਪਤਾ ਲੱਗੂ ਕਿ ਦੀਵਾਨ ਟੋਡਰਮਲ ਕੌਣ ਹੈ, ਉਹਨਾਂ ਨੂੰ ਪਤਾ ਤੇ ਹੋਣਾ ਚਾਹੀਦਾ। ਜੇ ਉਹਨੇ ਸਾਡੇ ਲਈ ਇੰਨਾ ਕੁਝ ਕਰ ਦਿੱਤਾ, ਇੰਨੀ ਜੀ ਜਗ੍ਹਾ ਲੈ ਕੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਕੀ ਨਾਲ ਦਾ ਲੈਤੀ, ਤੇ ਕੀ ਸ਼੍ਰੋਮਣੀ ਕਮੇਟੀ ਇਹਨੂੰ ਸੰਭਾਲ ਨਹੀਂ ਸਕਦੀ? ਸੰਭਾਲ ਸਕਦੀ ਹੈ, ਕਿਉਂ ਨਹੀਂ ਧਿਆਨ ਦਿੰਦੀ ਇਹਦੇ ਬਾਰੇ? ਅਸੀਂ ਤਾਂ ਕਵਾਂਗੇ, ਮੰਗ ਕਰਾਂਗੇ ਇਹਦੇ ਧਿਆਨ ਦਿੱਤਾ ਜਾਵੇ, ਇਹਨੂੰ ਮੋਡੀਫਾਈ ਕੀਤਾ ਜਾਵੇ। ਬਾਬਾ ਜੀ ਇਹ ਵੀ ਕਹਿੰਦੇ ਵੀ ਵੱਧ ਤੋਂ ਵੱਧ 2 ਮੀਂਹ ਪੈ ਗਏ ਤੇ ਇਹ ਖੰਡਿਤ ਹੋ ਜਾਏਗੀ, ਡਿੱਗ ਜਾਏਗੀ ਵਿਰਾਸਤ, ਇਹ ਵੀ ਖਤਮ ਹੋ ਜਾਏਗੀ। ਤੁਹਾਨੂੰ ਦੀਵਾਨ ਟੋਡਰਮਲ ਜੀ ਦਾ ਇਤਿਹਾਸ ਪਤਾ ਕੀ ਸੀ? ਹਾਂਜੀ, ਦੀਵਾਨ ਟੋਡਰਮਲ ਦਾ ਜਿੰਨਾ ਕੁ ਇਤਿਹਾਸ ਮੈਨੂੰ ਪਤਾ, ਇਹੀ ਪਤਾ ਕਿ ਉਹ ਉਸ ਟਾਈਮ ਦਾ ਇੱਥੋਂ ਦਾ ਸ਼ਾਹੂਕਾਰ ਸੀਗਾ ਤੇ ਜਦੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਉਦੋਂ ਉਹਨਾਂ ਦੀ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ ਸੀ, ਤਾਂ ਉਹਨੇ ਆਪਣੀ ਜੋ ਵੀ ਉਹਦੀ ਕਮਾਈ ਸੀ ਉਹਨੇ ਉੱਥੇ ਲਗਾ ਕੇ ਉਹ ਜਗ੍ਹਾ ਲਈ ਸੀ। ਇਸ ਕਰਕੇ ਅਸੀਂ ਉਹਨੂੰ ਇੰਨਾ ਕੁ ਜਾਣਦੇ ਹਾਂ। ਕੀ ਨਾਮ ਭਾਈ ਤੁਹਾਡਾ? ਦਲਜੀਤ ਸਿੰਘ। ਇਸ ਨੂੰ ਦਲਜੀਤ ਸਿੰਘ, ਜਿਨ੍ਹਾਂ ਵੱਲੋਂ ਕਿ ਕਿਹਾ ਗਿਆ ਕਿ ਸ਼੍ਰੀ ਅੰਮ੍ਰਿਤਸਰ ਤੋਂ ਇੱਥੇ ਸ਼ਹੀਦਾਂ ਦੀ ਧਰਤੀ ਤੇ ਆਏ ਨੇ ਉਹ ਨਮਨ ਕਰਨ ਲਈ, ਤੇ ਉੱਥੇ ਹੀ ਦੀਵਾਨ ਟੋਡਰਮਲ ਜੀ ਦੀ ਜਿਹੜੀ ਕਿ ਹਵੇਲੀ ਉਹਦੇ ਵੀ ਦਰਸ਼ਨ ਕੀਤੇ ਨੇ, ਪਰੰਤੂ ਇਸ ਹਵੇਲੀ ਦੀ ਸਾਂਭ ਸੰਭਾਲ ਲਈ ਕਿਸੇ ਵੱਲੋਂ ਉਪਰਾਲੇ ਨਹੀਂ ਕੀਤੇ ਜਾ ਗਏ। ਉੱਥੇ ਹੀ ਗੱਲਬਾਤ ਕਰਾਂਗੇ, ਸਾਡੇ ਨਾਲ ਹੋਰ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਅਸੀਂ ਵੀ ਅੰਮ੍ਰਿਤਸਰ ਤੋਂ ਨਾਲ ਹੀ ਇਹਨਾਂ ਦੇ। ਅੱਛਾ ਜੀ। ਹਾਂਜੀ। ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਕਿ ਤੁਸੀਂ ਦਰਸ਼ਨ ਕੀਤੇ ਹਵੇਲੀ ਦੇ, ਕੀ ਕਹਿਣਾ ਚਾਹੁੰਦੇ ਹੋ? ਦਰਸ਼ਨ ਕੀਤੇ ਆ, ਬਹੁਤ ਵਧੀਆ ਲੱਗਾ, ਪਰ ਵੇਖ ਕੇ ਬਹੁਤ ਮਨ ਖਰਾਬ ਹੋਇਆ ਕਿ ਇਹ ਥੋੜੀ ਦੇਰ ਤੱਕ ਇਹ ਖੰਡਿਤ ਹੋ ਜਾਣੀਆਂ ਜੇ 2-4 ਮੀਂਹ ਪੈ ਗਏ ਜਿਵੇਂ ਬਾਬਾ ਜੀ ਕਹਿੰਦੇ ਆ। ਇਸ ਤੋਂ ਬਾਅਦ ਅਸੀਂ ਅੱਜ ਆਏ ਆ, ਸਾਡੀਆਂ ਆਉਣ ਵਾਲੀਆਂ 1 ਜਾਂ 2 ਪੀੜ੍ਹੀਆਂ ਨੂੰ ਕੀ ਵਿਖਾਵਾਂਗੇ ਅਸੀਂ ਕਿ ਸਾਡੇ ਕੋਲ ਕੀ ਸੀਗਾ, ਕੀ ਗੁਰੂਆਂ ਦੇ ਲਈ ਜਿਹੜਾ ਉਹਨਾਂ ਨੇ ਇੰਨੇ ਮਹਾਨ ਕੰਮ ਕੀਤੇ ਆ, ਤੇ ਉਹ ਜੇ ਇਹੀ ਖੰਡਿਤ ਹੋ ਗਈ ਤਾਂ ਉਹਨਾਂ ਦਾ ਕੀ ਅਸੀਂ ਇਤਿਹਾਸ ਦਿਖਾਵਾਂਗੇ ਉਹਨਾਂ ਨੂੰ? ਸਿਰਫ ਇੱਕ ਬੋਰਡ ਲੱਗਾ ਹੋਊਗਾ ਬਾਹਰ ਕਿ ਇੱਥੇ ਉਹਨਾਂ ਦੀ ਹਵੇਲੀ ਸੀ ਤੇ ਉਹਨਾਂ ਨੇ ਸਾਡੇ ਛੋਟੇ ਸਾਹਿਬਜ਼ਾਦਿਆਂ ਲਈ ਇੰਨਾ ਕੰਮ ਕੀਤਾ ਸੀ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਾ ਦਿੱਤੀ ਸੀ ਉਹਨਾਂ ਦੇ ਸੰਸਕਾਰ ਲਈ, ਜਿਹੜੀ ਜਗ੍ਹਾ ਖਰੀਦੀ ਸੀ। ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਕਮਾਈ ਜ਼ਿੰਦਗੀ ਦੀ ਲਾ ਦਿੱਤੀ ਸੀ ਗਈ ਸੀ, ਜਿੱਥੇ ਕਿ ਸੰਗਤ ਵੱਲੋਂ ਕਿਹਾ ਜਾ ਰਿਹਾ ਕਿ ਉਸ ਹਵੇਲੀ ਜਿਹੜਾ ਕਿ ਮਹਾਨ ਜਿਹੜਾ ਕਿ ਵਿਰਾਸਤ ਆ ਸਾਡੀ ਅਤੇ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਲਈ ਜਿਹੜੀਆਂ ਬਿਲਡਿੰਗਾਂ ਤੁਸੀਂ ਦੇਖ ਸਕਦੇ ਹੋ ਕਿ ਖੰਡਰ ਦਾ ਰੂਪ ਧਾਰਨ ਕਰਦੇ ਜਾ ਰਿਹਾ। ਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀ ਕਿ ਹਵੇਲੀ ਇਹਦੀ ਦਿੱਖ ਦਿਖਾਵੇ ਕਿ ਜੋ ਕਿ ਡਿੱਗਣ ਦੇ ਕਿਨਾਰ 'ਤੇ ਖੜੀ ਆ, ਤੇ ਇਸ ਦੀ ਜਿਹੜੀ ਸਾਂਭ ਸੰਭਾਲ ਆ ਤੇ ਉਸ ਦੀ ਲੋੜ ਆ ਕਿ ਕਿਉਂਕਿ ਜਿਹੜੀ ਇਹ ਹਵੇਲੀ ਆ ਜੇਕਰ ਇਹਦੀ ਸਾਂਭ ਸੰਭਾਲ ਕੀਤੀ ਜਾਵੇਗੀ ਤਾਂ ਹੀ ਅਸੀਂ ਆਪਣੇ ਇਤਿਹਾਸ ਨੂੰ ਨੌਜਵਾਨ ਪੀੜ੍ਹੀ ਨਵੀਂ ਪੀੜ੍ਹੀ ਨੂੰ ਦਰਸਾ ਸਕਦੇ ਆ ਕਿ ਜਿਹੜੇ ਕਿ ਦੀਵਾਨ ਟੋਡਰਮਲ ਸਾਹਿਬ ਜਿਹੜੇ ਹੋਏ ਸਨ, ਉਹਨਾਂ ਨੇ ਛੋਟੇ ਸਾਹਿਬਜ਼ਾਦੇ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁਗਲ ਹਕੂਮਤ ਤੋਂ ਜਗ੍ਹਾ ਲਈ ਸੀ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਤੇ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਨਾਲ ਦੀਵਾਨ ਟੋਡਰਮਲ ਦਾ ਇਤਿਹਾਸ ਲਿਖਿਆ ਗਿਆ। ਤੇ ਅਸੀਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਕਿ ਸੇਵਾਦਾਰ ਨੇ ਇੱਕ ਹੋਰ, ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈ।
ਦੀਵਾਨ ਟੋਡਰਮਲ ਜੀ ਦੀ ਉਹ ਹਵੇਲੀ ਆ, ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਜਹਾਜੀ ਹਵੇਲੀ ਦੇ ਨਾਮ ਤੇ ਜਾਣਿਆ ਜਾਂਦਾ ਤੇ ਦੀਵਾਨ ਟੋਡਰਮਲ ਜੀ ਨੇ ਜਿਹੜਾ ਕਿ ਮੁਗਲ ਹਕੂਮਤ ਤੋਂ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਿਹੜੀ ਕਿ ਜ਼ਮੀਨ ਖਰੀਦੀ ਗਈ ਸੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਹਾਜੀ ਹਵੇਲੀ ਕਿਹਾ ਜਾਂਦਾ ਸੀ ਦੀ ਇਹ ਹਵੇਲੀ ਦੀ ਜਿਹੜੀ ਸ਼ੇਪ ਹੁੰਦੀ ਸੀ ਜਹਾਜ਼ ਵਾਂਗੂ ਹੁੰਦੀ ਸੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਢਹਿ ਢੇਰੀ ਹੋ ਰਹੀ ਆ ਤੇ ਇਹਨੂੰ ਸਾਂਭਣ ਦੀ ਲੋੜ ਆ। ਸੰਗਤ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਕਿ ਸਾਡਾ ਇਤਿਹਾਸ ਆ, ਸਾਡੇ ਨੌਜਵਾਨ ਪੀੜ੍ਹੀ ਦਾ ਇਤਿਹਾਸ ਆ, ਉਸ ਨੂੰ ਜਾਣੂ ਕਰਵਾਉਣ ਲਈ, ਇਤਿਹਾਸ ਨਾਲ ਜੋੜਨ ਲਈ ਇਹ ਜਿਹੜੀਆਂ ਸਾਡੀਆਂ ਪੁਰਾਤਨ ਬਿਲਡਿੰਗਾਂ ਨੇ ਉਹਨਾਂ ਨੂੰ ਸਾਂਭਣ ਦੀ ਲੋੜ ਆ, ਜਿਵੇਂ ਕਿ ਇਤਿਹਾਸ ਨਾਲ ਜੋੜਦੀਆਂ ਨੇ। ਪੁਰਾਤਨ ਜਿਹੜੀਆਂ ਜਿਹੜੀਆਂ ਬਿਲਡਿੰਗਾਂ ਉਹ ਢਹਿ ਢੇਰੀ ਹੋ ਰਹੀਆਂ ਜਾ ਰਹੀਆਂ ਨੇ। ਜੇਕਰ ਇਹ ਬਿਲਡਿੰਗਾਂ ਢਹਿ ਢੇਰੀ ਹੋ ਗਈਆਂ ਤਾਂ ਸਾਡੇ ਇਤਿਹਾਸ ਬਾਰੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਵੇਂ ਦਿਖਾ ਸਕਦੇ ਹਾਂ। ਤੁਸੀਂ ਦੇਖਦੇ ਹੋ ਕਿ ਸੰਗਤ ਵੱਖ-ਵੱਖ ਇਲਾਕੇ ਤੋਂ ਪਿੱਛੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦਸੰਬਰ ਮਹੀਨੇ ਪਹੁੰਚਦੀ ਆ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਮਨ ਕਰਦੀ ਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਤੋਂ ਇਹ ਜਿਹੜੀ ਕਿ ਇਤਿਹਾਸਕ ਧਰਤੀ ਸ਼ਹੀਦੀ ਜਿਹੜੀ ਸਭਾ ਤੇ ਪਹੁੰਚਦੇ ਨੇ, ਇਤਿਹਾਸਕ ਧਰਤੀ ਤੇ ਇਹ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵੱਖ-ਵੱਖ ਧਰਮਾਂ ਦੇ ਇੱਥੇ ਇਤਿਹਾਸਕ ਸਥਾਨ ਬਣੇ ਹੋਣੇ, ਜਿਵੇਂ ਕਿ ਰੋਜ਼ਾ ਸ਼ਰੀਫ ਆ, ਇੱਥੇ ਮਾਤਾ ਚਕੇਸ਼ਵਰੀ ਦੇਵੀ ਮੰਦਿਰ ਵੀ ਇੱਥੇ ਜੈਨ ਧਰਮ ਦਾ ਸੰਬੰਧ ਨਾਲ ਹੈਗਾ। ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਮੌਜੂਦ ਆ, ਜਿੱਥੇ ਸੰਸਕਾਰ ਕੀਤਾ ਗਿਆ ਸੀ। ਉੱਥੇ ਛੋਟੇ ਸਾਹਿਬਜ਼ਾਦਿਆਂ ਦਾ ਉੱਥੇ ਹੀ ਗੁਰਦੁਆਰਾ ਜੋਤੀ ਸਰੂਪ ਅੱਜ ਸਥਿਤ ਹੋਇਆ ਤੇ ਉੱਥੇ ਗੱਲਬਾਤ ਕਰਾਂਗੇ ਜੋ ਉੱਥੇ ਸਾਡੇ ਨਾਲ ਸੁਰਿੰਦਰ ਸਿੰਘ ਖਾਲਸਾ ਨੇ ਲੰਬੇ ਸਮੇਂ ਤੋਂ ਸਰਕਾਰ ਅਤੇ ਹੋਰ ਲੋਕਾਂ ਤੋਂ ਇਸ ਬਿਲਡਿੰਗ ਦੀ ਲਈ ਕਿ ਮੰਗ ਲਈ ਕਰ ਰਹੇ ਨੇ ਕਿ ਸੁਧਾਰ ਕੀਤਾ ਜਾਵੇ, ਬਿਲਡਿੰਗ ਦਾ ਸੁਧਾਰ ਕੀਤਾ ਜਾਵੇ। ਗੱਲਬਾਤ ਕਰਦੇ ਹਾਂ ਸੁਰਿੰਦਰ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬੂ ਜੀ ਕੀ ਗੱਲ ਆ ਕਿ ਜਿਹੜੀ ਕਿ ਜਹਾਜੀ ਹਵੇਲੀ ਆ ਕਿਵੇਂ ਦੀ ਸ਼ੇਪ ਹੁੰਦੀ ਸੀ, ਕਿਵੇਂ ਦਾ ਸੀ ਜਦੋਂ ਪੁਰਾਤਨ? ਜਿਸ ਤਰ੍ਹਾਂ ਕਿ ਆਪ ਜੀ ਨੇ ਸੁਣਿਆ ਹੀ ਹੈ ਕਿ ਇਸ ਹਵੇਲੀ ਦਾ ਅਸਲੀ ਨਾਮ ਹੈ ਜਹਾਜੀ ਹਵੇਲੀ, ਜਹਾਜ਼ ਹਵੇਲੀ। ਦੀਵਾਨ ਟੋਡਰਮਲ ਜੀ ਦਾ ਇਹ ਰੈਜ਼ੀਡੈਂਸ ਹੁੰਦਾ ਸੀਗਾ। ਇਹ ਇਸ ਦੀ ਸ਼ੇਪ ਬਿਲਕੁਲ ਜਿਸ ਤਰ੍ਹਾਂ ਪਾਣੀ ਦਾ ਜਹਾਜ਼ ਹੁੰਦਾ ਨਾ ਉਸ ਤਰ੍ਹਾਂ ਦੀ ਸ਼ੇਪ ਸੀ। ਤੇ ਦਾਸ ਨੇਵੀ ਵਿੱਚ ਨੌਕਰੀ ਕਰਕੇ ਆਇਆ ਹੈ ਤੇ ਸ਼ਿਪ ਦੇ ਵਿੱਚ ਮੈंने ਜੌਬ ਵੀ ਕੀਤੀ ਹੈ ਵਿਕਰਾਂਤ ਦੇ ਵਿੱਚ। ਤੇ ਜਿਸ ਤਰ੍ਹਾਂ ਦਾ ਸ਼ਿਪ ਹੁੰਦਾ ਉਸ ਤਰ੍ਹਾਂ ਦੀ ਇਹਨੂੰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਕਈ ਵਾਰ, ਲੇਕਿਨ ਸਿਰੇ ਨਹੀਂ ਚੜ ਸਕੀ। ਆਪਾਂ ਵੇਖੀਏ ਜਗ੍ਹਾ ਜਗ੍ਹਾ ਆਪਾਂ ਇੰਨੇ ਗੁਰਦੁਆਰੇ ਬਣਾ ਲਏ ਹਨ ਤੇ ਇਹ ਜਿਹੜੀ ਵਿਰਾਸਤ ਹੈ ਇਸ ਨੂੰ ਸਾਂਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? SGPC ਕੋਸ਼ਿਸ਼ ਕਰ ਰਹੀ ਹੈ, ਹਾਂਜੀ, ਸੰਗਤ ਵੀ ਕੋਸ਼ਿਸ਼ ਕਰ ਰਹੀ ਹੈ, ਪਰ ਇਹ ਸਿਰੇ ਕਿਉਂ ਨਹੀਂ ਚੜ ਰਿਹਾ ਕੰਮ? ਜਿਵੇਂ ਕਿ ਇਹ ਵੀ ਕਿਹਾ ਜਾ ਰਿਹਾ ਕਿ 1 ਕਰੋੜ 7 ਲੱਖ ਰੁਪਏ ਖਰਚ ਕੀਤੇ ਗਏ ਨੇ ਇੱਥੇ, ਕਿ ਉਹ ਕਿੱਥੇ ਲੱਗੇ ਨੇ ਜੀ? ਹਾਂਜੀ, 1 ਕਰੋੜ 7 ਲੱਖ ਪੰਜੋਲੀ ਸਾਹਿਬ ਨੇ ਬੋਲਿਆ ਹੈ ਵੀ ਅਸੀਂ ਸੰਗਤ ਵਿੱਚ ਗੋਲਕ ਵਿੱਚੋਂ ਲਾ ਚੁੱਕੇ ਹਾਂ, ਸੰਗਤ ਦੀ ਗੋਲਕ ਵਿੱਚੋਂ। ਲੇਕਿਨ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਥੋੜਾ ਬਹੁਤ ਪੈਸਾ ਜ਼ਰੂਰ ਲੱਗਿਆ ਹੋਏਗਾ, ਪਰ 1 ਕਰੋੜ ਦੇ ਵਿੱਚ ਤਾਂ ਕੰਮ ਕੰਪਲੀਟ ਹੋਣ ਜਾਣਾ ਚਾਹੀਦਾ ਸੀ। ਮੈਨੂੰ ਲੱਗਦਾ ਅਜੇ 20% ਕੰਮ ਹੋਇਆ ਹੈ, 80% ਅਜੇ ਵੀ ਬਾਕੀ ਹੈ, ਕਿਉਂਕਿ ਲੋਨ ਵੀ ਬਣਨਾ ਚਾਹੀਦਾ ਹੈ, ਕਾਰ ਪਾਰਕਿੰਗ ਵੀ ਬਣਨੀ ਚਾਹੀਦੀ ਹੈ, ਹੋਰ ਵੀ ਅੰਦਰ ਜਿੰਨਾ ਸੁਧਾਰ ਹੋ ਸਕਦਾ, ਬੈਂਚ ਲੱਗਣੇ ਚਾਹੀਦੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਬਣਨੀਆਂ ਚਾਹੀਦੀਆਂ ਕਿ ਦੂਰੋਂ ਦੂਰੋਂ ਸੰਗਤ ਆਵੇ ਤੇ ਉਹ ਇੱਕ ਮਹਿਸੂਸ ਕਰੇ ਕਿ ਹਾਂ ਜਿਸ ਸ਼ਖਸ ਨੇ ਦੀਵਾਨ ਟੋਡਰਮਲ ਜੀ ਨੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੀ ਯਾਦਗਾਰ ਨੂੰ ਬਹੁਤ ਅੱਛੇ ਤਰੀਕੇ ਨਾਲ ਸੰਭਾਲਿਆ ਗਿਆ ਹੈ। ਮੇਰੀ ਦੁਬਾਰਾ ਬੇਨਤੀ ਇਹ ਹੀ ਹੈ ਕਿ SGPC ਹੁਣ ਤੁਸੀਂ ਦੱਸਿਆ ਕਿ ਇੱਕ ਲੈਟਰ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਲਿਖਿਆ, ਉਹਦੇ ਬਾਰੇ ਹੁਣ ਲੇਟੈਸਟ ਮੈਂ ਇੰਤਜ਼ਾਰ ਕਰ ਕਰਕੇ ਇਹ ਵੇਖਿਆ ਕਿ ਹੁਣ ਮੋਦੀ ਸਾਹਿਬ ਪੰਜਾਬ ਆ ਰਹੇ ਹਨ, ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ। 13 ਤਰੀਕ ਮੈਂ ਹੁਣੇ ਹੀ ਫਰਵਰੀ ਦੇ ਵਿੱਚ ਹੀ ਲੈਟਰ ਲਿਖਿਆ ਹੈ ਉਹਨਾਂ ਨੂੰ ਬਈ ਇਸ ਹਵੇਲੀ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ, ਇਸ ਏਰੀਏ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਤਾਂ ਕਿ ਸੰਗਤਾਂ ਜਦੋਂ ਜੋੜ ਮੇਲੇ 'ਤੇ ਆਉਂਦੀਆਂ ਹਨ ਉਹ ਮਹਿਸੂਸ ਕਰਨ ਕਿ ਜਿਸ ਸੇਵਾਦਾਰ ਨੇ ਇੰਨੀ ਵੱਡੀ ਸੇਵਾ ਕੀਤੀ ਉਸ ਦੀ ਕੋਠੀ ਦੀ ਹਵੇਲੀ ਦੀ ਸਾਂਭ ਸੰਭਾਲ ਵੀ ਹੋ ਰਹੀ ਹੈ। ਲੇਕਿਨ ਦੇਖਣ ਵਿੱਚ ਆ ਰਿਹਾ ਕਿ ਇੰਨੇ ਪੈਸੇ ਖਰਚਣ ਦੇ ਬਾਵਜੂਦ ਵੀ ਇਹ ਅਜੇ ਉਹ ਸ਼ੇਪ ਨਹੀਂ ਲੈ ਸਕੀ ਜੋ ਕਿ ਇੱਕ ਜਹਾਜੀ ਹਵੇਲੀ ਦੀ ਸ਼ੇਪ ਹੋਣੀ ਚਾਹੀਦੀ ਸੀ। ਇਹ ਸਨ ਸੁਰਿੰਦਰ ਸਿੰਘ ਖਾਲਸਾ ਜੋ ਕਿ ਲੰਬੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਤੋਂ ਇਸ ਹਵੇਲੀ ਦੀ ਮੰਗ ਕਰ ਰਹੇ ਨੇ ਕਿ ਸੁਧਾਰ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਤੋਂ ਵੀ ਮੰਗ ਕਰ ਰਹੇ ਨੇ ਤੇ ਜਿੱਥੇ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਹ ਇੱਕ ਲੈਟਰ ਲਿਖਿਆ ਤੇ ਹਵੇਲੀ ਦੇ ਸੁਧਾਰ ਲਈ ਮੰਗ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਹਵੇਲੀ ਆ ਦੀਵਾਨ ਟੋਡਰਮਲ ਦੀ ਹਵੇਲੀ ਆ ਤੇ ਇੱਥੇ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਸੰਗਤ ਪਹੁੰਚਦੀ ਹੈ ਦਰਸ਼ਨ ਕਰਨ ਲਈ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਰੋਸ
ਆਉਂਦਾ ਕਿ ਇਸ ਹਵੇਲੀ ਦੇ ਸੁਧਾਰ ਕੀਤਾ ਜਾਵੇ, ਕਿਉਂਕਿ ਜੋ ਕਿ ਜਿਹੜਾ ਕਿ ਸਾਡਾ ਇਤਿਹਾਸ ਆ ਦੀਵਾਨ ਟੋਡਰਮਲ ਜੀ ਦਾ ਇਤਿਹਾਸ ਸੁਨਹਿਰੀ ਪੰਨਿਆਂ 'ਤੇ ਲਿਖਿਆ ਗਿਆ ਤੇ ਉਸ ਇਤਿਹਾਸ ਨੂੰ ਸਾਂਭਣ ਦੀ ਲੋੜ ਆ, ਤਾਂ ਅਸੀਂ ਨੌਜਵਾਨ ਪੀੜ੍ਹੀ ਆਪਣੀ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜਾਣੂ ਕਰਵਾ ਸਕਦੇ। ਸਾਡੇ ਨਾਲ ਇੱਥੋਂ ਸ਼ਰਧਾਲੂ ਪਹੁੰਚੇ ਨੇ, ਗੱਲਬਾਤ ਕਰਦੇ ਆ ਉਹਨਾਂ ਦਾ ਕਿੱਥੋਂ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਭਾਜੀ ਤੁਸੀਂ? ਅਸੀਂ ਅੰਮ੍ਰਿਤਸਰ ਸਾਹਿਬ ਤੋਂ ਜੀ। ਕੀ ਨਾਮ ਭਾਜੀ ਤੁਹਾਡੇ? ਮੇਜਰ ਸਿੰਘ ਜੀ। ਮੇਜਰ ਸਿੰਘ ਜੀ, ਜੇ ਗੱਲ ਕਰੀਏ ਦੀਵਾਨ ਟੋਡਰਮਲ ਜੀ ਤੁਸੀਂ ਜਾਣਦੇ ਸੀ ਜੀ ਇਤਿਹਾਸ ਜੀ ਬਾਰੇ? ਹਾਂਜੀ ਹਾਂਜੀ। ਕਿਵੇਂ ਦਾ ਕੀ ਇਤਿਹਾਸ ਸੀ ਉਹਨਾਂ ਦਾ? ਇਹਨਾਂ ਦਾ ਜੀ ਛੋਟੇ ਸਾਹਿਬਜ਼ਾਦਿਆਂ ਦੇ ਸੋਹਣਾ ਆਪਣੇ ਮੋਹਰਾਂ ਵਸਾ ਕੇ ਇਹਨਾਂ ਨੇ ਮਤਲਬ ਕਿ ਜਿਹੜਾ ਸੰਸਕਾਰ ਲਈ ਜਗ੍ਹਾ ਖਰੀਦੀ ਸੀ। ਹਾਂਜੀ। ਤੇ ਮੇਜਰ ਸਿੰਘ ਜਿਵੇਂ ਕਿ ਇਹ ਤੁਸੀਂ ਹਵੇਲੀ ਦੇ ਦਰਸ਼ਨ ਕੀਤੇ, ਕਿਵੇਂ ਦੀ ਹਾਲਤ ਹੈ ਇਹ ਹਵੇਲੀ ਦੀ? ਹਵੇਲੀ ਦੀ ਹਾਲਤ ਹੁਣ ਪੂਰੀ ਖਸਤਾ ਹੈ ਜੀ ਇਸ ਵੇਲੇ, ਤੇ ਇਸ ਲਈ ਸਾਰੀ ਸਿੰਘ ਸਾਹਿਬ ਆਪਣਾ ਜੀ ਸਿੱਖ ਸੰਗਤ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੀ। ਜਿਹੜੀ ਕਿ ਇਤਿਹਾਸ ਨਾਲ ਸਾਡੇ ਜਿਹੜੀਆਂ ਵਿਰਾਸਤ ਇਤਿਹਾਸ ਨਾਲ ਜੋੜਦੀਆਂ ਨੇ ਉਹ ਜਗ੍ਹਾਵਾਂ ਦਾ ਜਿਹੜਾ ਕਿ ਖੰਡਰ ਦਾ ਰੂਪ ਧਾਰਨ ਕਰਦੇ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਹਵੇਲੀ ਆ ਦੀਵਾਨ ਟੋਡਰਮਲ ਜੀ ਦੀ ਹਵੇਲੀ ਆ, ਦੀਵਾਨ ਟੋਡਰਮਲ ਜੀ ਵੱਲੋਂ ਮੁਗਲ ਹਕੂਮਤ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹਨਾਂ ਦੇ ਸੰਸਕਾਰ ਕੀਤਾ ਸੀ। ਤੇ ਇਹ ਉਹ ਹਵੇਲੀ ਆ ਜਿੱਥੇ ਕਿ ਛੋਟੇ ਸਾਹਿਬਜ਼ਾਦੇ ਤੇ ਜਿੱਥੇ ਕਿ ਸੰਸਕਾਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਦੀਵਾਨ ਟੋਡਰਮਲ ਜੀ ਦਾ ਇਹ ਘਰ ਹੁੰਦਾ ਸੀ। ਤੇ ਇਹਨੂੰ ਜਹਾਜੀ ਹਵੇਲੀ ਦੇ ਨਾਲ ਜਾਣਿਆ। ਤੁਹਾਨੂੰ ਅੰਦਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਇਸ ਹਵੇਲੀ ਦੇ ਵਿੱਚ ਕਿਹੋ ਜਿਹਾ ਰੂਪ ਜਿਹੜਾ ਕਿ ਇਹ ਖੰਡਰ ਬਣਦੀ ਜਾ ਰਹੀ ਹੈ। ਤੁਸੀਂ ਉੱਪਰ ਛੱਤਾਂ ਵੀ ਗਿਰ ਗਈਆਂ ਨੇ ਤੇ ਵਿੱਚੋਂ ਇੱਟਾਂ ਵੀ ਗਿਰ ਰਹੀਆਂ ਨੇ, ਤੇ ਇਸ ਨੂੰ ਜਿੱਥੇ ਕਿ ਸਾਂਭਣ ਦੀ ਲੋੜ ਆ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ 1 ਕਰੋੜ 7 ਲੱਖ ਰੁਪਏ ਇੱਥੇ ਖਰਚ ਕਰ ਦਿੱਤੇ ਨੇ। ਤੇ ਦੇਖ ਸਕਦੇ ਹੋ ਕਿ ਜਿਹੜੀ ਕਿ ਇਹ ਹਵੇਲੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਤੇ ਇੱਥੇ ਇਸ ਹਵੇਲੀ ਦੀ ਸਭ ਤੋਂ ਖਾਸੀਅਤ ਇਹ ਹੈ ਕਿ ਇਹ ਹਵੇਲੀ ਜਹਾਜ਼ ਵਾਂਗੂ ਇਸ ਦੀ ਦਿੱਖ ਹੁੰਦੀ ਸੀ ਤੇ ਇਹ ਹਵੇਲੀ ਅੱਜ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਤੇ ਸਿੱਖ ਜਥੇਬੰਦੀਆਂ ਅਤੇ ਬਾਬਾ ਸੁਰਿੰਦਰ ਸਿੰਘ ਵੱਲੋਂ ਸਮੇਂ-ਸਮੇਂ ਸਿਰ ਜਿੱਥੇ ਕਿ ਸਰਕਾਰ ਤੋਂ ਮੰਗ ਕਰਕੇ ਇਸ ਦੀ ਸੁਧਾਰ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਇਸ ਦਾ ਸੁਧਾਰ ਕੀਤਾ ਜਾਵੇ ਤੇ ਹਵੇਲੀ ਦਾ ਸੁਧਾਰ ਕੀਤਾ ਜਾਊਗਾ, ਤਾਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਇਤਿਹਾਸ ਬਾਰੇ ਤੇ ਇਸ ਇਤਿਹਾਸ ਨਾਲ ਜੋੜਿਆ ਜਾ ਸਕਦਾ ਹੈ। BBP ਪ੍ਰਾਈਮ TV ਲਈ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ।